फरीदा काले मैंडे कपड़े काला मैंडा वेस गुनाही भरिया मैं फिरां लोक कहे दरवेश फरीदा बुरे दा भला कर गुस्सा मन ना हंडाए देही रोग ना लगई पल्ले सब के छुपाए अज ना सुती कंत स्यों अंग मुड़े मुड़ जाए। ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਜਨਮ 5 ਅਪ੍ਰੈਲ 1173 ਈਸਵੀ ਨੂੰ ਮਾਤਾ ਮਰੀਮ ਦੇ ਪੇਟੋਂ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲੁਦੀਨ ਸੁਲੇਮਾਨ ਸੀ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਜਨਮ ਇੱਕ ਛੋਟੇ ਜਿਹੇ ਪਿੰਡ ਖੇਤਵਾਲ ਵਿੱਚ ਹੋਇਆ, ਜਿਸ ਨੂੰ ਹੁਣ ਚਾਵਲੀ ਸ਼ੇਖਾਂ ਕਹਿੰਦੇ ਨੇ। ਇਹ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਵਿੱਚ ਹੈ। ਇਤਿਹਾਸ ਮੁਤਾਬਕ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਜਦ ਜਨਮ ਲਿਆ ਤਾਂ ਉਹ ਰਮਜ਼ਾਨ ਦੇ ਮਹੀਨੇ ਦੀ ਪਹਿਲੀ ਬੱਦਲਾਂ ਭਰੀ ਰਾਤ ਸੀ। ਜਦ ਇਸ ਰਾਤ ਚੰਦਰਮਾ ਦਿਖਾਈ ਨਾ ਦਿੱਤਾ ਤਾਂ ਰਮਜ਼ਾਨ ਦੇ ਰੋਜ਼ੇ ਸ਼ੁਰੂ ਕਰਨ ਵਾਲੇ ਲੋਕ ਚਿੰਤਾ ਵਿੱਚ ਪੈ ਗਏ। ਫਿਰ ਇੱਕ ਮਹਾਂਪੁਰਸ਼ ਨੇ ਲੋਕਾਂ ਪਾਸ ਪਹੁੰਚ ਕੇ ਕਿਹਾ, ਸੁਣਿਆ ਕਿ ਜਮਾਲੁਦੀਨ ਸੁਲੇਮਾਨ ਦੇ ਘਰ ਇੱਕ ਮਹਾਨ ਬੱਚੇ ਨੇ ਜਨਮ ਲਿਆ ਹੈ। ਅੱਛਾ, ਫਿਰ ਤਾਂ ਜਮਾਲੁਦੀਨ ਸਾਹਿਬ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਹੈ। ਹਾਂ, ਮੁਬਾਰਕਬਾਦ ਦੇਣੀ ਹੀ ਬਣਦੀ ਹੈ। ਚਲੋ ਜਮਾਲੁਦੀਨ ਦੇ ਘਰ ਚੱਲਦੇ ਆ ਅਤੇ ਦੇਖਦੇ ਆ, ਅਗਰ ਜੇ ਉਸ ਬੱਚੇ ਨੇ ਮਾਂ ਦਾ ਦੁੱਧ ਚੁੰਗ ਲਿਆ ਤਾਂ ਫਿਰ ਆਪਾਂ ਰੋਜ਼ੇ ਨਹੀਂ ਰੱਖਾਂਗੇ। ਅਗਰ ਉਸ ਬਾਲਕ ਨੇ ਦੁੱਧ ਨਾ ਚੁੰਗਿਆ ਤਾਂ? ਜੇ ਉਸਨੇ ਦੁੱਧ ਨਾ ਚੁੰਗਿਆ ਤਾਂ ਫਿਰ ਆਪਾਂ ਰੋਜ਼ੇ ਰੱਖਾਂਗੇ। ਆਓ ਜਮਾਲੁਦੀਨ ਦੇ ਘਰ ਚੱਲਦੇ ਆ। सलाम अलैकुम। वालेकुम सलाम। बीबी, जिस बच्चे ने इस पवित्र घर विच जन्म लिया है कि उसने अपनी मां का दुध चुग लिया है? उस बच्चे ने तो अपनी मां के दूध नूं हजे तक मुंह नहीं लाया। धन है माता मरियम जिसने एक पवित्र आत्मा को जन्म दिता है। देखा है, बच्चे ने जन्म लैण सार ही रोजे रख लेने, आपां भी रोजे रखांगे। इंज महसूस होता है कि खुद खुदा ने माता मरियम के पेटों जन्म लिया है। यह बालक महान तपस्वी ਅਤੇ ਪੁੱਜਿਆ ਹੋਇਆ ਫਕੀਰ ਹੋਵੇਗਾ। ਚਲੋ ਆਪਾਂ ਵੀ ਚੱਲ ਕੇ ਰੋਜ਼ੇ ਰੱਖਦੇ ਹਾਂ। ਬਾਬਾ ਸ਼ੇਖ ਫਰੀਦ ਸਾਹਿਬ ਜੀ ਆਪਣੇ ਜਨਮ ਸਮੇਂ ਆਪਣੀ ਮਾਤਾ ਮਰੀਮ ਦਾ ਦੁੱਧ ਸਿਰਫ ਰਾਤ ਵੇਲੇ ਹੀ ਚੁੰਗਦੇ ਸਨ। ਹੋਰ ਤਾਂ ਹੋਰ ਬਾਬਾ ਫਰੀਦ ਸਾਹਿਬ ਬਚਪਨ ਵਿੱਚ ਹੀ ਬੜੇ ਬੁੱਧੀਮਾਨ ਸਨ। ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕੁਰਾਨ ਸ਼ਰੀਫ ਯਾਦ ਕਰ ਲਿਆ ਸੀ ਅਤੇ ਮੱਕੇ ਤੇ ਮਦੀਨੇ ਦਾ ਵੀ ਛੋਟੇ ਹੁੰਦਿਆਂ ਹੀ ਹੱਜ ਕਰ ਲਿਆ ਸੀ। ਜਦ ਬਾਬਾ ਫਰੀਦ ਜੀ 5-6 ਸਾਲ ਦੇ ਹੋਏ ਤਾਂ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਨਮਾਜ਼ ਪੜ੍ਹਨੀ ਸਿਖਾਉਣ ਲੱਗ ਪਏ। ਤਾਂ ਬਾਬਾ ਜੀ ਆਪਣੀ ਮਾਤਾ ਤੋਂ ਪੁੱਛਦੇ, ਉੱਠ ਫਰੀਦਾ ਉਜੂ ਸਾਜ ਸੁਬਹਾਨੇ ਵਾਜੀ ਗੁਜ਼ਾਰ
ਨਾ ਨਿਵੈ ਸੋ ਸਿਰ ਕਪ ਉਤਾਰ ਸੋ ਸਿਰ ਕਪ ਉਤਾਰ ਸੋ ਸਿਰ ਕਪ ਉਤਾਰ ਮਾਤਾ ਤਾਂ ਮੈਨੂੰ ਰੋਜ਼ ਨਮਾਜ਼ ਪੜ੍ਹਾਉਣੀ ਰੋਜ਼ ਨਮਾਜ਼ ਪੜ੍ਹਨ ਦਾ ਕੀ ਫਾਇਦਾ ਪੁੱਤਰ ਨਮਾਜ਼ ਪੜਨ ਵਾਲੇ ਨੂੰ ਅੱਲਾ ਸ਼ੱਕਰ ਦਿੰਦਾ। ਫਿਰ ਤਾਂ ਮੈਂ ਰੋਜ਼ ਨਮਾਜ਼ ਪੜ੍ਹਿਆ ਕਰੂੰਗਾ ਨਾਲੇ ਸ਼ੱਕਰ ਖਾਇਆ ਕਰੂੰਗਾ। ਹਾਂ ਫਰੀਦ ਤੂੰ ਰੋਜ਼ ਨਮਾਜ਼ ਪੜਿਆ ਕਰ ਤੇ ਤੈਨੂੰ ਹਰ ਰੋਜ਼ ਅੱਲਾ ਸ਼ੱਕਰ ਦਿਆ ਕਰੇਗਾ। ਮਾਤਾ ਮਰੀਮ ਜੀ ਹਰ ਰੋਜ਼ ਉਹਨਾਂ ਦੇ ਮੁਸੱਲੇ ਜਾਣੀ ਕਿ ਚਟਾਈ ਹੇਠ ਸ਼ੱਕਰ ਰੱਖ ਦਿੰਦੇ। ਬਾਬਾ ਫਰੀਦ ਸਾਹਿਬ ਨਮਾਜ਼ ਪੜਨ ਤੋਂ ਬਾਅਦ ਸ਼ੱਕਰ ਬੜੇ ਹੀ ਆਨੰਦ ਨਾਲ ਖਾਂਦੇ ਤੇ ਇੱਕ ਦਿਨ ਕੀ ਹੋਇਆ, ਕਿ ਮਾਤਾ ਜੀ ਉਹਨਾਂ ਦੇ ਮਸੱਲੇ ਹੇਠ ਸ਼ੱਕਰ ਰੱਖਣਾ ਭੁੱਲ ਗਏ। ਫਰੀਦ ਬੇਟਾ ਬਾਬਾ ਜੀ ਨੇ ਨਮਾਜ਼ ਪੜ੍ਹੀ ਤੇ ਮਸੱਲੇ ਹੇਠ ਹੱਥ ਫੇਰਿਆ, ਸ਼ੱਕਰ ਉੱਥੇ ਮੌਜੂਦ ਪਾਈ। ਬਾਬਾ ਜੀ ਸ਼ੱਕਰ ਖਾ ਰਹੇ ਸਨ ਤੇ ਮਾਤਾ ਜੀ ਉਹਨਾਂ ਦੇ ਇਸ ਕੌਤਕ ਵੱਲ ਦੇਖ ਕੇ ਹੈਰਾਨ ਹੋ ਗਏ। ਉਹਨਾਂ ਨੇ ਅੱਲਾ ਦੇ ਹਜ਼ੂਰ ਵਿੱਚ ਸਜਦਾ ਕੀਤਾ ਤੇ ਫਰੀਦ ਜੀ ਨੂੰ ਸ਼ੱਕਰਗੰਜ ਕਿਹਾ। ਇਸੇ ਤਰ੍ਹਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਨਾਮ ਸ਼ੱਕਰਗੰਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਪਿਤਾ ਜਮਾਲੁਦੀਨ ਸੁਲੇਮਾਨ ਗਜ਼ਨੀ ਦੇ ਬਾਦਸ਼ਾਹ ਦੇ ਭਤੀਜੇ ਸਨ। ਬਾਬਾ ਫਰੀਦ ਸਾਹਿਬ ਨੇ ਖਵਾਜਾ ਮਯੂਦੀਨ ਚਸ਼ਤੀ ਦੀ ਰਹਿਨੁਮਾਈ ਹੇਠ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਸਿੱਖਿਆ ਪੂਰੀ ਕਰ ਲੈਣ ਤੋਂ ਬਾਅਦ ਬਾਬਾ ਜੀ ਮੁਲਤਾਨ ਆ ਟਿਕੇ, ਜਿੱਥੇ ਮੈਨਾਜ਼ੁਦੀਨ ਦੀ ਮਸਜਿਦ ਵਿੱਚ ਉਹਨਾਂ ਦੀ ਮੁਲਾਕਾਤ ਹਜ਼ੂਰ ਹਜ਼ਰਤ ਕੁਤਬਦੀਨ ਬਖਤਿਆਰ ਕਾਕੀ ਨਾਲ ਹੋਈ। ਇਸੇ ਮੁਲਾਕਾਤ ਦੌਰਾਨ ਬਾਬਾ ਸ਼ੇਖ ਫਰੀਦ ਸਾਹਿਬ ਉਹਨਾਂ ਦੇ ਮੁਰੀਦ ਬਣ ਗਏ। ਇੱਕ ਵਾਰ ਜਦ ਬਾਬਾ ਫਰੀਦ ਸਾਹਿਬ ਨੂੰ ਭਗਤੀ ਵਿੱਚ ਲਿਵਲੀਨ ਦੇਖਿਆ ਤਾਂ ਮਯੂਦੀਨ ਚਿਸ਼ਤੀ ਨੇ ਇਹਨਾਂ ਦੇ ਗੁਰੂ ਹਜ਼ਰਤ ਕਾਕੀ ਸਾਹਿਬ ਨੂੰ ਕਿਹਾ ਕਿ ਤੂੰ ਤੇ ਸ਼ਹਿਬਾਜ਼ ਨੂੰ ਕੈਦ ਕਰ ਰੱਖਿਆ ਹੈ। ਹਾਂ ਮਯੂਦੀਨ ਸਾਹਿਬ, ਫਰੀਦ ਤਾਂ ਹਮੇਸ਼ਾ ਹੀ ਉਸ ਅੱਲਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਤੇ ਉਸ ਨਾਲ ਇਕਮਿਕ ਹੋਇਆ ਰਹਿੰਦਾ ਹੈ। ਤੇਰੇ ਇਸ ਮੁਰੀਦ ਦਾ ਸਥਾਨ ਤਾਂ ਸਭ ਉਚਾਈਆਂ ਤੋਂ ਉੱਚਾ ਹੈ। ਆਪ ਜੀ ਦੀਆਂ ਦੁਆਵਾਂ ਮੈਨੂੰ ਅਤੇ ਮੇਰੇ ਮੁਰੀਦ ਨੂੰ ਤਾਰ ਜਾਣਗੀਆਂ। ਕੁਤਬਦੀਨ, ਫਰੀਦ ਇੱਕ ਦਿਨ ਤੇਰੇ ਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਚਮਕਾਏਗਾ ਤੇ ਖੁਦ ਵੀ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੋਵੇਗਾ। ਜਦ ਇਸਲਾਮ ਵਿੱਚ ਵੀ ਉੱਚੀਆਂ ਤੇ ਨੀਵੀਆਂ ਜਾਤਾਂ ਦਾ ਫਰਕ ਪੈ ਚੁੱਕਾ ਸੀ, ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਨੇ ਆਪਣੀ ਮਿੱਠੀ ਬੋਲੀ ਵਿੱਚ ਇਸਲਾਮ ਅਤੇ ਮਨੁੱਖਤਾ ਦਾ ਪੈਗਾਮ ਲੋਕਾਂ ਤੱਕ ਪਹੁੰਚਾਇਆ ਤੇ ਬਾਬਾ ਜੀ ਨੇ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਸਹਿਮਤ ਕਰਕੇ ਇਹ ਜਾਤ-ਪਾਤ ਦਾ ਫਰਕ ਮਿਟਾਇਆ, ਉਹਨਾਂ ਵਿੱਚ ਸਮਾਨਤਾ ਲਿਆਂਦੀ। ਇਸਲਾਮ ਵਿੱਚ ਮੁਸਲਮਾਨ ਔਰਤ ਨੂੰ ਮਸਜਿਦ ਵਿੱਚ ਜਾਣ ਦਾ ਹੱਕ ਨਹੀਂ ਸੀ।
ਇਹ ਔਰਤ ਮਸਜਿਦ ਵਿੱਚ ਕੀ ਲੜਾਈ ਹੈ? ਇਸ ਨੇ ਮਸਜਿਦ ਵਿੱਚ ਆ ਕੇ ਗੁਨਾਹ ਕੀਤਾ ਹੈ। ਇਸ ਨੂੰ ਕਹੋ ਕਿ ਬਾਹਰ ਚਲੀ ਜਾਏ। ਇੱਕ ਮੁਸਲਮਾਨ ਔਰਤ ਹੋਣ ਦੇ ਬਾਵਜੂਦ ਤੈਨੂੰ ਇਸ ਗੱਲ ਦਾ ਇਲਮ ਨਹੀਂ ਕਿ ਇੱਕ ਔਰਤ ਮਸਜਿਦ ਵਿੱਚ ਆਵੇ? ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਹਾਂ ਅਸੀਂ ਤੁਹਾਨੂੰ ਬਾਇਜ਼ਤ ਬਾਹਰ ਜਾਣ ਲਈ ਕਹਿ ਰਹੇ ਹਾਂ। ਕੀ ਮੇਰਾ ਇਹੀ ਗੁਨਾਹ ਕਿ ਮੈਂ ਇੱਕ ਔਰਤ ਹਾਂ ਕਿ ਇੱਕ ਔਰਤ ਅੱਲਾ ਦੀ ਇਬਾਦਤ ਨਹੀਂ ਕਰ ਸਕਦੀ? ਕਰ ਸਕਦੀ ਹੈ, ਲੇਕਿਨ ਆਪਣੇ ਘਰ ਵਿੱਚ ਰਹਿ ਕੇ ਔਰਤ ਦਾ ਮਸਜਿਦ ਵਿੱਚ ਆਉਣਾ ਠੀਕ ਨਹੀਂ। ਕਿ ਇਸਲਾਮ ਵਿੱਚ ਔਰਤ ਦਾ ਸਤਿਕਾਰ ਕਰਨਾ ਗੁਨਾਹ ਹੈ? ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਔਰਤ ਨੇ ਜਨਮ ਨਹੀਂ ਦਿੱਤਾ? ਮੈਂ ਵੀ ਮਾਤਾ ਮਰੀਮ ਜੈਸੀ ਇਸਲਾਮਿਕ ਔਰਤ ਹਾਂ। ਬਸ ਅਸੀਂ ਤੇਰੇ ਨਾਲ ਹੋਰ ਬਹਿਸ ਕਰਨੀ ਨਹੀਂ ਚਾਹੁੰਦੇ, ਪਰ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮਸਜਿਦ ਵਿੱਚ ਨਾ ਤਾਂ ਇੱਕ ਔਰਤ ਆ ਸਕਦੀ ਹੈ ਤੇ ਨਾ ਹੀ ਇੱਥੇ ਕੋਈ ਸੰਗੀਤ ਵੱਜ ਸਕਦਾ ਹੈ। ਮੌਲਵੀ ਸਾਹਿਬ ਬਾਹਰ ਤਸ਼ਰੀਫ ਲਿਆਓ। ਇਸ ਔਰਤ ਨੂੰ ਕਹੋ ਕਿ ਬਾਹਰ ਚਲੀ ਜਾਏ। ਇਸ ਨੇ ਮਸਜਿਦ ਵਿੱਚ ਆ ਕੇ ਅਤੇ ਅੱਲਾ ਦੀ ਪਾਕ ਪਵਿੱਤਰ ਥਾਂ ਤੇ ਆ ਕੇ ਇਸ ਨੇ ਬਹਿਸ ਕਰਨ ਦਾ ਬਹੁਤ ਵੱਡਾ ਗੁਨਾਹ ਕੀਤਾ ਹੈ। ਜਾਓ, ਅੱਲਾ ਦੇ ਵਾਸਤੇ ਤੁਸੀਂ ਆਪਣੇ ਘਰ ਚਲੇ ਜਾਓ। ਜਾਓ ਜਾਓ, ਅੱਲਾ ਦੇ ਵਾਸਤੇ ਇੱਥੋਂ ਜਾਓ ਜਾਓ। ਅੱਗੇ ਤੋਂ ਇਸ ਮਸਜਿਦ ਵਿੱਚ ਪੈਰ ਨਹੀਂ ਪਾਉਣਾ, ਵਰਨਾ ਅਸੀਂ ਭੁੱਲ ਜਾਵਾਂਗੇ ਕਿ ਤੂੰ ਇੱਕ ਮੁਸਲਮਾਨ ਔਰਤ ਹੈ। ਸ਼ਾਂਤੀ ਰੱਖਿਆ ਕਰੋ। ਪਰ ਬਾਬਾ ਸਾਹਿਬ ਦੇ ਜ਼ਮਾਤ ਖਾਨੇ ਅਤੇ ਖਾਨਗਾਹ ਵਿੱਚ ਔਰਤ ਨੂੰ ਮਰਦਾਂ ਵਾਂਗ ਹੀ ਸਨਮਾਨਿਆ ਜਾਂਦਾ ਸੀ। ਵਾਲੇਕੁਮ ਸਲਾਮ। ਆਓ, ਫਰੀਦ ਸਾਹਿਬ ਦੀ ਖਾਨਗਾਹ ਤੇ ਆਉਣ ਤੇ ਤੁਹਾਡਾ ਸਵਾਗਤ ਹੈ, ਕਿਉਂਕਿ ਆਪ ਮਾਤਾ ਮਰੀਮ ਜੈਸੀ ਹੋ। ਪਰ ਮਸਜਿਦ ਵਿੱਚ ਤਾਂ ਔਰਤ ਨੂੰ ਆਉਣ ਜਾਣ ਦਾ ਹੱਕ ਹੀ ਨਹੀਂ। ਬਾਬਾ ਫਰੀਦ ਦੇ ਜਮਾਤਖਾਨੇ ਵਿੱਚ ਔਰਤ ਦਾ ਸਤਿਕਾਰ ਕੀਤਾ ਜਾਂਦਾ ਹੈ। ਭਾਵੇਂ ਮਸਜਿਦ ਵਿੱਚ ਨਾ ਔਰਤ ਜਾ ਸਕਦੀ ਹੈ ਤੇ ਨਾ ਹੀ ਸੰਗੀਤ ਵੱਜਦਾ ਹੈ, ਪਰ ਬਾਬਾ ਫਰੀਦ ਜੀ ਦੀ ਖਾਨਗਾਹ ਵਿੱਚ ਇਹਨਾਂ ਦੋਹਾਂ ਚੀਜ਼ਾਂ ਦਾ ਹੋਣਾ ਸੂਫੀ ਮਤ ਦੀ ਪਹਿਚਾਨ ਹੈ। ਮੈਂ ਤਾਂ ਬਾਬਾ ਫਰੀਦ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਬਾਬਾ ਫਰੀਦ ਜੀ ਭਗਤੀ ਵਿੱਚ ਲਵਲੀਨ ਨੇ, ਤੁਸੀਂ ਬਾਅਦ ਵਿੱਚ ਆ ਜਾਣਾ। ਖੁਦਾ ਹਾਫਿਜ਼। ਹੋਰ ਤਾਂ ਹੋਰ ਇਸਲਾਮ ਵਿੱਚ ਮਸਜਿਦਾਂ ਵਿੱਚ ਸੰਗੀਤ ਲਈ ਵੀ ਕੋਈ ਸਥਾਨ ਨਹੀਂ ਸੀ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਆਪਣੇ ਜਮਾਤ ਖਾਨੇ ਅਤੇ ਖਾਨਗਾਹ ਵਿੱਚ ਰੂਹਾਨੀ ਸੰਗੀਤ ਵੀ ਪ੍ਰਚਲਿਤ ਕੀਤਾ। ਸੰਗੀਤ ਰਾਹੀਂ ਖੁਦਾ ਦੀ ਇਬਾਦਤ ਕਰਦਿਆਂ ਹੋਇਆਂ ਮਸਤੀ ਵਿੱਚ ਆਉਣਾ ਬਾਬਾ ਜੀ ਦੇ ਕਾਰਨ ਹੀ ਸੂਫੀ ਮਤ ਵਿੱਚ ਬਹੁਤ ਹੀ ਪ੍ਰਚਲਿਤ ਹੋਇਆ। ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ, ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ, ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ, ਕਾਨੂੰ ਦਰ ਦਰ ਠੋਕਰ ਖਾਨੀਏ, ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ, ਕਾਨੂੰ ਦਰ ਦਰ ਠੋਕਰ ਖਾਨੀਏ, ਕਾਨੂੰ ਮਗਰ ਜਗਤ ਦੇ ਫਿਰ ਫਿਰ ਕੇ, ਕਾਨੂੰ ਮਗਰ ਜਗਤ ਦੇ ਫਿਰ ਕੇ, ਕਾਨੂੰ ਮਗਰ ਜਗਤ ਦੇ ਫਿਰ ਕੇ, ਐਵੇਂ ਅਲੜੇ ਵਕਤ ਗਵਾਨੀਏ, ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ, ਕਾਨੂੰ ਦਰ ਦਰ ਠੋਕਰ ਖਾਨੀਏ, ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ। ਤੇਰੇ ਯਾਰ ਦੀ ਸ਼ਾਨ ਨਿਰਾਲੀ ਏ, ਚਾਹੇ ਸੂਰਤ ਭੋਲੀ ਭਾਲੀ ਏ, ਤੂੰ ਭੁੱਲ ਕੇ ਜਿਸ ਨੂੰ ਭੁੱਲ ਗਈ ਏ, ਨੀ ਉਹ ਕੁੱਲ ਦੁਨੀਆ ਦਾ ਵਾਲੀ ਏ, ਕਰ ਸਜਦਾ ਅਸਲੀ ਦਿਲ ਬਰ ਨੂੰ, ਕਰ ਸਜਦਾ ਅਸਲੀ ਦਿਲ ਬਰ ਨੂੰ, ਕਾਨੂੰ ਝੂਠੇ ਪੀਰ ਮਨਾਨੀਏ, ਰੂਠਾ ਯਾਰ ਮਨਾਉਣਾ ਸਿੱਖ ਕਿਧਰੋਂ, ਕਾਨੂੰ ਦਰ ਦਰ ਠੋਕਰ ਖਾਨੀਏ, ਰੂਠਾ ਯਾਰ
किधरों। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਨੇ ਅਯੁਧਿਆਨ, ਜੋ ਪਾਕਪਟਨ ਦੇ ਨਾਮ ਨਾਲ ਪ੍ਰਸਿੱਧ ਸੀ, ਇਸ ਛੋਟੇ ਜਿਹੇ ਕਸਬੇ ਨੂੰ ਆਪਣੇ ਠਹਿਰਨ ਦਾ ਸਥਾਨ ਚੁਣ ਲਿਆ। ਇਹ ਸਥਾਨ ਇੱਕ ਮਾਰੂਥਲ ਵਿੱਚ ਸਥਿਤ ਸੀ, ਜੋ ਦਰਿਆ ਦੇ ਕਿਨਾਰੇ ਵਸਿਆ ਹੋਇਆ ਸੀ। ਬਾਬਾ ਫਰੀਦ ਸਾਹਿਬ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਦੇ ਜੰਮਪਲ ਸਨ। ਇਸੇ ਕਰਕੇ ਉਹਨਾਂ ਦੀ ਪੇਂਡੂ ਤੇ ਮਿੱਠੀ ਪੰਜਾਬੀ ਬਾਣੀ ਵੀ ਉਸੇ ਹੀ ਵਾਤਾਵਰਣ ਦੀ ਦੇਣ ਹੈ। ਉਹਨਾਂ ਦੀ ਇਸ ਠੇਠ ਪੰਜਾਬੀ ਬੋਲੀ ਦੀ ਵੰਨਗੀ ਕੁਝ ਇਸ ਤਰ੍ਹਾਂ ਹੈ। ਫਰੀਦਾ ਲੋੜੇ ਦਾ ਕਿ ਜ਼ੋਰੀਆਂ ਕਿਕਰ ਬੀਜੈ ਜੱਟ ਅੰਡੇ ਉਨਕ ਤਾਏ ਦਾ ਪੈਂਦਾ ਲੋੜੇ ਪੱਟ। ਬਾਬਾ ਫਰੀਦ ਸਾਹਿਬ ਨੇ ਆਪਣੇ ਜੀਵਨ ਵਿੱਚ ਬਹੁਤ ਹੀ ਘੋਰ ਤਪੱਸਿਆ ਕੀਤੀ। ਆਪ ਭੁੱਖ ਨੂੰ ਸਹਿਨ ਕਰਦੇ ਕਰਦੇ ਬਹੁਤ ਹੀ ਕਮਜ਼ੋਰ ਹੋ ਚੁੱਕੇ ਸਨ। ਰੋਜ਼ੇ ਰੱਖ ਕੇ ਉਹਨਾਂ ਵਿੱਚ ਬੈਠਣ ਦੀ ਸ਼ਕਤੀ ਵੀ ਨਹੀਂ ਸੀ ਰਹੀ। ਇੱਕ ਘਟਨਾ ਮੁਤਾਬਕ ਬਾਬਾ ਜੀ 12 ਸਾਲ ਜੰਗਲਾਂ ਵਿੱਚ ਕਠੋਰ ਤਪੱਸਿਆ ਕਰਕੇ ਵਾਪਸ ਆ ਰਹੇ ਸਨ ਤਾਂ ਇੱਕ ਸੰਘਣੇ ਦਰਖਤ ਦੀ ਛਾਂ ਨੂੰ ਦੇਖ ਕੇ ਖੁਦਾਈ ਰੰਗ ਵਿੱਚ ਰੰਗੇ ਹੋਏ ਉੱਥੇ ਆਰਾਮ ਕਰਨ ਲਈ ਬੈਠ ਗਏ। ਉੱਪਰ ਚਿੜੀਆਂ ਚੋਲਰ ਪਾ ਰਹੀਆਂ ਸਨ ਤਾਂ ਬਾਬਾ ਜੀ ਨੇ ਗੁੱਸੇ ਵਿੱਚ ਆ ਕੇ ਆਖ ਦਿੱਤਾ, ਤੁਸੀਂ ਮੇਰੀ ਉਸ ਅੱਲਾ ਨਾਲ ਲੱਗੀ ਲਿਵ ਤੋੜਨ ਤੇ ਤੁਲੀਆਂ ਹੋ, ਜਾਓ ਪਰੇ ਮਰ ਜਾਓ। ਇੰਨਾ ਹੀ ਕਹਿਣ ਦੀ ਦੇਰ ਹੀ ਸੀ ਕਿ ਸਾਰੀਆਂ ਹੀ ਚਿੜੀਆਂ ਪਟਾਕ ਪਟਾਕ ਧਰਤੀ ਤੇ ਮਰ ਕੇ ਡਿੱਗ ਪਈਆਂ। ਬਾਬਾ ਜੀ ਦਾ ਮਨ ਝੰਜੋੜਿਆ ਗਿਆ। ਚਿੜੀਆਂ ਦੀ ਮੌਤ ਨੂੰ ਦੇਖ ਕੇ ਦਿਲ ਕੁਰਲਾ ਉੱਠਿਆ। ਫਿਰ ਉਸ ਦਰਵੇਸ਼ ਫਕੀਰ ਬਾਬਾ ਸ਼ੇਖ ਫਰੀਦ ਜੀ ਨੇ ਅੱਲਾ ਅੱਗੇ ਅਰਦਾਸ ਕੀਤੀ, ਫਰਿਆਦ ਕੀਤੀ ਅਤੇ ਕਿਹਾ, ਹੇ ਅੱਲਾ, ਮੈਥੋਂ ਬਹੁਤ ਵੱਡਾ ਗੁਨਾਹ ਹੋ ਗਿਆ। ਇਹ ਬੇਕਸੂਰ ਚਿੜੀਆਂ ਮੇਰੇ ਕਹਿਣ ਨਾਲ ਮਰ ਗਈਆਂ। ਕਿਰਪਾ ਕਰਕੇ ਇਹਨਾਂ ਤੇ ਰਹਿਮਤ ਕਰੋ। ਇਹ ਬੇਜਾਨ ਹੋਈਆਂ ਚਿੜੀਆਂ ਜਿਉਂਦੀਆਂ ਹੋ ਜਾਣ। ਉਸ ਪ੍ਰਭੂ ਦੇ ਦਰਬਾਰ ਵਿੱਚ ਬਾਬਾ ਫਰੀਦ ਸਾਹਿਬ ਜੀ ਦੀ ਫਰਿਆਦ ਝੱਟ ਸੁਣੀ ਗਈ ਅਤੇ ਸਾਰੀਆਂ ਹੀ ਚਿੜੀਆਂ ਜਿਉਂਦੀਆਂ ਹੋ ਕੇ ਉੱਡ ਗਈਆਂ। ਬਾਬਾ ਫਰੀਦ ਸਾਹਿਬ ਜੀ ਨੇ ਜਦ ਆਪਣੀ ਤਪੱਸਿਆ ਦਾ ਇੰਨਾ ਪ੍ਰਭਾਵ ਦੇਖਿਆ ਤਾਂ ਮਨ ਵਿੱਚ ਹੰਕਾਰ ਪੈਦਾ ਹੋ ਗਿਆ। ਉੱਥੋਂ ਉੱਠੇ ਤੇ ਮਨ ਵਿੱਚ ਹਉਮੈ ਵਸਾਈ ਘਰ ਵੱਲ ਨੂੰ ਚੱਲ ਪਈ। ਰਾਹ ਵਿੱਚ ਬੜੀ ਪਿਆਸ ਲੱਗੀ। ਦੂਰੋਂ ਕੀ ਦੇਖਦੇ ਨੇ ਕਿ ਇੱਕ ਖੂਹ ਤੇ ਇੱਕ ਔਰਤ ਪਾਣੀ ਭਰ ਰਹੀ ਹੈ। ਸੋਚਿਆ ਮਨਾ, ਉਸ ਖੂਹ ਤੇ ਚੱਲਦੇ ਹਾਂ। ਉਸ ਭਲੀ ਔਰਤ ਤੋਂ ਪਾਣੀ ਮੰਗ ਕੇ ਪਿਆਸ ਬੁਝਾਵਾਂਗੇ ਤੇ ਫਿਰ ਅੱਗੇ ਚਾਲੇ ਪਾਵਾਂਗੇ। ਬਾਬਾ ਜੀ ਉਸ ਖੂਹ ਦੇ ਨਜ਼ਦੀਕ ਪਹੁੰਚਦੇ ਨੇ। ਕੀ ਦੇਖਦੇ ਨੇ ਕਿ ਉਹ ਔਰਤ ਖੂਹ ਵਿੱਚੋਂ ਪਾਣੀ ਦੇ ਡੋਲ ਭਰ ਭਰ ਬਾਹਰ ਡੋਲ ਰਹੀ ਹੈ। ਬਾਬਾ ਜੀ ਕੋਲ ਖੜੇ ਥੋੜੀ ਦੇਰ ਉਸ ਦੇ ਇਸ ਵਿਅਰਥ ਕੰਮ ਨੂੰ ਤੱਕਦੇ ਰਹੇ। ਫਿਰ ਬੋਲੇ, ਭਾਈ ਬੀਬੀ, ਸਾਨੂੰ ਬੜੀ ਹੀ ਪਿਆਸ ਲੱਗੀ। ਸਾਡਾ ਮਨ ਪਿਆਸ ਨਾਲ ਵਿਆਕੁਲ ਹੋ ਰਿਹਾ ਹੈ। ਅਗਰ ਸਾਨੂੰ ਥੋੜਾ ਵਕਤ ਕੱਢ ਕੇ ਪਾਣੀ ਪਿਲਾ ਦੇਵੇਂ ਤਾਂ ਅਸੀਂ ਪਾਣੀ ਪੀ ਕੇ ਅੱਗੇ ਚੱਲਣ ਵਾਲੇ ਬਣੀਏ। ਉਹ ਔਰਤ ਬਾਬਾ ਜੀ ਵੱਲ ਬਿਨਾਂ ਧਿਆਨ ਦਿੱਤੇ ਉਸੇ ਤਰ੍ਹਾਂ ਪਾਣੀ ਦੇ ਡੋਲ ਭਰ ਭਰ ਡੋਲਦੀ ਰਹੀ। ਬਾਬਾ ਜੀ ਨੇ ਫਿਰ ਕਿਹਾ, ਭਾਈ ਬੀਬੀ, ਸਾਨੂੰ ਪਾਣੀ ਪਿਲਾ ਦੇ। ਉਸ ਔਰਤ ਨੇ ਬਾਬਾ ਜੀ ਵੱਲ ਜਰਾ ਕੁ ਧਿਆਨ ਦੇ ਕੇ ਕਿਹਾ, ਫਕੀਰ ਸਾਈਂ, ਥੋੜਾ ਚਿਰ ਰੁਕੋ, ਮੈਂ ਵਿਹਲੀ ਹੋ ਕੇ ਤੁਹਾਨੂੰ ਪਾਣੀ ਪਿਲਾ ਦਿੰਨੀ ਆ।
ਪਹਿਲਾਂ ਮੈਨੂੰ ਆ ਜ਼ਰਾ ਕੁ ਆਪਣਾ ਕੰਮ ਪੂਰਾ ਕਰ ਲੈਣ ਦਿਓ। ਇੰਨੀ ਗੱਲ ਸੁਣ ਕੇ ਬਾਬਾ ਜੀ ਥੋੜੀ ਦੇਰ ਚੁੱਪ ਰਹੇ ਤੇ ਹੈਰਾਨ ਵੀ ਹੋਏ ਤੇ ਮਨ ਵਿੱਚ ਸੋਚਣ ਲੱਗੇ ਕਿ ਇਸ ਨੂੰ ਆਪਣੇ ਆਪ ਵਿੱਚ ਕਿੰਨਾ ਗੁਮਾਨ ਆ। ਬਾਬਾ ਜੀ ਉਸ ਦੇ ਅੰਦਰੋਂ ਪੂਰੇ ਦੁਖੀ ਹੋ ਗਏ। ਉਹ ਲਗਾਤਾਰ ਉਸੇ ਰਫ਼ਤਾਰ ਨਾਲ ਪਾਣੀ ਡੋਲਦੀ ਰਹੀ। ਬਾਬਾ ਜੀ ਫਿਰ ਬੋਲੇ, ਭਾਈ ਬੀਬੀ, ਅਸੀਂ ਤੈਨੂੰ ਕਿਹਾ ਹੈ ਕਿ ਸਾਨੂੰ ਪਾਣੀ ਪਿਲਾ ਦੇ ਤੇ ਤੂੰ ਪਾਣੀ ਭਰ ਭਰ ਵਿਅਰਥ ਹੀ ਡੋਲੀ ਜਾਨੀ ਏ। ਉਸ ਔਰਤ ਨੇ ਬਾਬਾ ਜੀ ਵੱਲ ਤੱਕਿਆ ਤੇ ਕਿਹਾ, ਆਓ ਸਾਈਂ ਜੀ, ਅੱਗੇ ਆ ਕੇ ਪਾਣੀ ਪੀ ਲਓ ਤੇ ਆਪਣਾ ਵਿਆਕੁਲ ਹੋਇਆ ਮਨ ਸ਼ਾਂਤ ਕਰ ਲਵੋ। ਬਾਬਾ ਸ਼ੇਖ ਫਰੀਦ ਸਾਹਿਬ ਨੇ ਉਸ ਔਰਤ ਵੱਲ ਗੁੱਸੇ ਨਾਲ ਤੱਕਿਆ ਤਾਂ ਉਹ ਔਰਤ ਖਿੜਖੜਾ ਕੇ ਹੱਸਣ ਲੱਗੀ ਤੇ ਫਿਰ ਬੋਲੀ, ਫਕੀਰ ਸਾਈਂ, ਮੈਂ ਕੋਈ ਚਿੜੀ ਨਹੀਂ ਜੋ ਤੁਹਾਡੇ ਗੁੱਸੇ ਦੀ ਅੱਗ ਵਿੱਚ ਜਲ ਕੇ ਮਰ ਜਾਵਾਂਗੀ। ਬਾਬਾ ਜੀ ਉਸ ਦੇ ਮੂੰਹੋਂ ਇਹ ਬਚਨ ਸੁਣ ਕੇ ਹੈਰਾਨ ਹੋ ਗਏ ਤੇ ਪੁੱਛਣ ਲੱਗੇ ਕਿ ਬੀਬੀ, ਤੂੰ ਇਹ ਭਗਤੀ ਦਾ ਭੇਦ ਕਿੱਥੋਂ ਪਾਇਆ ਹੈ? ਤਾਂ ਉਸ ਔਰਤ ਨੇ ਕਿਹਾ, ਫਕੀਰ ਸਾਈਂ, ਤੁਸੀਂ ਪਹਿਲਾਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਓ, ਫਿਰ ਦੱਸਦੀ ਆਂ। ਫਰੀਦ ਸਾਹਿਬ ਨੇ ਉਸ ਦੇ ਹੱਥੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ। ਬਾਬਾ ਜੀ ਦੇ ਪੁੱਛਣ ਤੇ ਉਸ ਔਰਤ ਨੇ ਦੱਸਿਆ, ਇੱਥੋਂ ਕਾਫੀ ਦੂਰ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਹੈ। ਤੇ ਮੈਂ ਇੱਥੋਂ ਪਾਣੀ ਪਾ ਕੇ ਉਹ ਅੱਗ ਬੁਝਾ ਰਹੀ ਸਾਂ ਤੇ ਹੁਣ ਮੈਨੂੰ ਪਤਾ ਲੱਗਾ ਹੈ ਕਿ ਉਹ ਅੱਗ ਬੁਝ ਗਈ ਹੈ। ਫਿਰ ਬਾਬਾ ਜੀ ਨੇ ਸਵਾਲ ਕੀਤਾ ਕਿ ਬੀਬੀ, ਤੂੰ ਇਹ ਇੰਨੀ ਭਗਤੀ ਕਿੱਥੇ ਕੀਤੀ ਤੇ ਅੱਲਾ ਤੋਂ ਇਹ ਦੂਰ ਦ੍ਰਿਸ਼ਟੀ ਕਿਵੇਂ ਪ੍ਰਾਪਤ ਕੀਤੀ? ਬਾਬਾ ਜੀ ਦੇ ਇਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਉਸ ਔਰਤ ਨੇ ਦੱਸਿਆ, ਮੈਂ ਇੱਕ ਪਵਿੱਤਰ ਮਾਂ ਦੇ ਪੇਟੋਂ ਜਨਮ ਲਿਆ ਤੇ ਮੇਰੇ ਪਿਤਾ ਜੀ ਇੱਕ ਸੱਚੇ ਸੁੱਚੇ ਤੇ ਸ਼ੁੱਧ ਵਿਚਾਰਾਂ ਵਾਲੇ ਧਾਰਮਿਕ ਵਿਅਕਤੀ ਸਨ। ਉਹਨਾਂ ਨੇ ਮੈਨੂੰ ਧਰਮ ਦੀ ਸਿੱਖਿਆ ਦਿੱਤੀ ਤੇ ਸਮਝਾਇਆ ਕਿ ਇੱਕ ਪਤਨੀ ਆਪਣੇ ਪਤੀ ਦੀ ਸੇਵਾ ਕਰਕੇ ਅਤਿਅੰਤ ਸ਼ਾਂਤੀ ਤੇ ਸਿੱਧੀ ਪ੍ਰਾਪਤ ਕਰ ਸਕਦੀ ਹੈ। ਇਸ ਗੱਲ ਦਾ ਮੇਰੇ ਮਨ ਤੇ ਬਹੁਤ ਡੂੰਘਾ ਅਸਰ ਹੋਇਆ ਤੇ ਮੇਰੇ ਵਿਆਹ ਤੋਂ ਥੋੜਾ ਚਿਰ ਮਗਰੋਂ ਇੱਕ ਰਾਤ ਮੇਰੇ ਪਤੀ ਗੂੜੀ ਨੀਂਦ ਸੌਂ ਰਹੇ ਸੀ ਤੇ ਮੈਂ ਨਾਲ ਦੇ ਪਲੰਘ ਤੇ ਪਈ ਜਾਗ ਰਹੀ ਸੀ। ਮੇਰੇ ਪਤੀ ਨੇ ਗੂੜੀ ਨੀਂਦ ਵਿੱਚ ਹੀ ਮੇਰੇ ਤੋਂ ਪਾਣੀ ਮੰਗਿਆ ਤੇ ਕਿਹਾ ਕਿ ਪਾਣੀ ਪਿਲਾਓ। ਪਾਣੀ ਪਿਲਾਓ। ਮੈਂ ਪਾਣੀ ਲੈਣ ਚਲੀ ਗਈ ਤੇ ਉਹ ਇੰਨਾ ਕਹਿ ਕੇ ਫਿਰ ਗੂੜੀ ਨੀਂਦ ਸੌਂ ਗਏ। ਜਦ ਮੈਂ ਪਾਣੀ ਲੈ ਕੇ ਵਾਪਸ ਆਈ ਤਾਂ ਮੈਂ ਉਹਨਾਂ ਨੂੰ ਸੁੱਤਿਆਂ ਦੇਖ ਕੇ ਜਗਾਉਣਾ ਠੀਕ ਨਹੀਂ ਸਮਝਿਆ। ਮੈਂ ਪਾਣੀ ਦਾ ਗਲਾਸ ਲੈ ਕੇ ਉਹਨਾਂ ਦੇ ਸਿਰਹਾਣੇ ਖੜੀ ਰਹੀ।
ਤੇ ਜਦ ਪੈਰ ਦੇ ਤੜਕੇ ਉਹਨਾਂ ਨੇ ਫਿਰ ਪਾਣੀ ਮੰਗਿਆ। ਪਾਣੀ ਪਿਲਾਇਓ। ਲਓ ਜੀ। ਤਾਂ ਮੈਂ ਝੱਟ ਹੀ ਪਾਣੀ ਦਾ ਗਲਾਸ ਉਹਨਾਂ ਨੂੰ ਫੜਾ ਦਿੱਤਾ। ਮੇਰੇ ਪਤੀ ਦੇਵ ਦੇ ਪੁੱਛਣ ਤੇ ਮੈਂ ਇਹ ਸਾਰੀ ਵਾਰਤਾ ਉਹਨਾਂ ਨੂੰ ਸੁਣਾ ਦਿੱਤੀ। ਮੈਂ ਆਪਣੇ ਪਤੀ ਨੂੰ ਪਰਮੇਸ਼ਰ ਮੰਨਿਆ ਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੀ, ਉਹਨਾਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਰਹੀ। ਬਸ ਇਹੀ ਮੇਰੀ ਭਗਤੀ ਦਾ ਰਾਜ਼ ਹੈ। ਇਸ ਨਾਲ ਮੇਰੇ ਮਨ ਦੇ ਗਿਆਨ ਕਵਾੜ ਖੁੱਲ ਗਏ। ਇਹ ਸਭ ਪਤੀ ਪ੍ਰੇਮ ਦੀ ਹੀ ਤਾਂ ਸ਼ਕਤੀ ਹੈ। ਇਹ ਸੁਣ ਕੇ ਬਾਬਾ ਫਰੀਦ ਸਾਹਿਬ ਅੱਛ ਕਰ ਉੱਠੇ ਤੇ ਉਹਨਾਂ ਦਾ ਕੋਮਲ ਮਨ ਪ੍ਰਸੰਨਤਾ ਨਾਲ ਗਦਗਦ ਹੋ ਉੱਠਿਆ। ਇਸੇ ਪਤੀ ਪ੍ਰੇਮ ਬਾਰੇ ਬਾਬਾ ਸ਼ੇਖ ਫਰੀਦ ਸਾਹਿਬ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਬਿਹਾਏ। ਬਾਬਾ ਸ਼ੇਖ ਫਰੀਦ ਸਾਹਿਬ ਦੀ ਭਗਤੀ ਬਾਰੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਉਹਨਾਂ ਦੀ ਇਸ ਕਠੋਰ ਤਪੱਸਿਆ ਸਦਕਾ ਅਖੀਰਲੀ ਉਮਰੇ ਉਹਨਾਂ ਦੇ ਸਰੀਰ ਵਿੱਚੋਂ ਸਾਰਾ ਖੂਨ ਸੁੱਕ ਚੁੱਕਾ ਸੀ ਤੇ ਉਹਨਾਂ ਦਾ ਸਰੀਰ ਸੁੱਕ ਕੇ ਪਿੰਜਰ ਵਾਂਗ ਬਣ ਚੁੱਕਿਆ ਸੀ। ਕਾਂ ਵੀ ਆਪ ਜੀ ਦੀ ਦੇਹੀ ਨੂੰ ਮ੍ਰਿਤਕ ਸਮਝ ਕੇ ਪੈਰਾਂ ਦੀਆਂ ਤਲੀਆਂ ਵਿੱਚ ਚੁੰਝਾਂ ਮਾਰਨ ਲੱਗ ਜਾਂਦੇ ਤੇ ਛਾਤੀ ਉੱਪਰ ਆ ਕੇ ਬੈਠ ਜਾਂਦੇ। ਉਸ ਵੇਲੇ ਦਾ ਜ਼ਿਕਰ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਆਪਣੇ ਇੱਕ ਸ਼ਲੋਕ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ। ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ ਇਹ ਦੋਨ ਨਾਮਤ ਛੂਹੋ ਫਿਰ ਦੇਖਨ ਕੀ ਆਸ। ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਜੋ ਵੀ ਆਪਣੇ ਮੁਖਾਰਬੰਦ ਚੋਂ ਫਰਮਾਉਂਦੇ ਸਨ ਉਹ ਬਚਨ ਸਦਾ ਅਟਲ ਹੋ ਨਿਬੜਦੇ ਸਨ। ਕਈ ਵਾਰੀ ਬਾਬਾ ਸਾਹਿਬ ਨੇ ਕੁਝ ਅਜੀਬ ਕੌਤਕ ਦਿਖਾਏ ਨੇ। ਇੱਕ ਘਟਨਾ ਮੁਤਾਬਕ ਉਜੈਨ ਦੇ ਨਜ਼ਦੀਕ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਤੇਲੀ ਰਹਿੰਦਾ ਸੀ। ਉਸ ਦੀ ਔਰਤ ਬੜੀ ਸੁੰਦਰ ਸੀ। ਉਸੇ ਇਲਾਕੇ ਦੇ ਗਵਰਨਰ ਦੇ ਅਹਿਲਕਾਰ ਉਸ ਪਿੰਡ ਵਿੱਚੋਂ ਲੰਘ ਰਹੇ ਸਨ। ਉਹਨਾਂ ਦੀ ਨਿਗਾਹ ਉਸ ਔਰਤ ਤੇ ਪਈ। ਮਨ ਵਿੱਚ ਸੋਚਣ ਲੱਗੇ, वाह कितनी सुंदर औरत है। वाकई अगर इसनू पकड़ के गवर्नर साहब को ले जाया जावे तो बड़े ही खुश होंगे। इसनू ਅਸੀਂ ਆਪਣੇ ਮਾਲਕ ਕੋਲ ਜਾ ਕੇ ਕਾਫੀ ਵੱਡਾ ਨਾਮ ਪ੍ਰਾਪਤ ਕਰ ਸਕਦੇ ਹਾਂ। चल ਅਸੀਂ इसनू अपने मालक को ले जाने हैं। ਹਾਂ ਸਾਨੂੰ ਕਿਸੇ ਗੱਲ ਤੋਂ ਪਹਿ ਨਹੀਂ। चल ਤੈਨੂੰ ਸਾਡੇ ਨਾਲ ਜਾਣਾ ਪਵੇਗਾ। किस वास्ते? मेरा की गुनाह है? ਤੇਰਾ ਗੁਨਾਹ ਇਹ ਕਿ ਤੂੰ ਬਹੁਤ ਸੁੰਦਰ ਹੈ। मैं ਤੁਹਾਡੇ ਨਾਲ ਨਹੀਂ ਜਾਵਾਂਗੀ। ਤੈਨੂੰ ਸਾਡੇ ਨਾਲ ਜਾਣਾ ਪਵੇਗਾ। मैं एक प्रतिव्रता औरत हाँ। ਤੈਨੂੰ ਦੇਖ ਕੇ ਸਾਡਾ ਮਾਲਕ ਬੜਾ ਹੀ ਖੁਸ਼ ਹੋਵੇਗਾ। ਇਹ ਇੰਜ ਨਹੀਂ ਜਾਵੇਗੀ, ਇਹਨੂੰ ਜ਼ਬਰਦਸਤੀ ਲੈ ਕੇ ਜਾਣਾ ਪਵੇਗਾ। ਨਹੀਂ ਜਾਵਾਂਗੀ। नहीं मैं ਤੁਹਾਡੇ ਨਾਲ ਨਹੀਂ ਜਾਵਾਂਗੀ। ਉਹ ਉਸ ਔਰਤ ਨੂੰ ਜ਼ਬਰਦਸਤੀ ਪਕੜ ਕੇ ਆਪਣੇ ਮਾਲਕ ਕੋਲ ਲੈ ਗਈ, ਇਹ ਸਮਝ ਕੇ ਕਿ ਸਾਡਾ ਮਾਲਕ ਬੜਾ ਹੀ ਖੁਸ਼ ਹੋਵੇਗਾ। ਜਦ ਉਸ ਔਰਤ ਦੇ ਤੇਲੀ ਪਤੀ ਨੂੰ ਪਤਾ ਲੱਗਾ ਕਿ ਉਸ ਦੀ ਔਰਤ ਨੂੰ ਅਹਿਲਕਾਰ ਜ਼ਬਰਦਸਤੀ ਪਕੜ ਕੇ ਲੈ ਗਏ ਤਾਂ ਉਹ ਰੋਂਦਾ ਕਰਲਾਉਂਦਾ ਬਾਬਾ ਫਰੀਦ ਸਾਹਿਬ ਦੀ ਖਾਨਗਾਹ ਤੇ ਪਹੁੰਚ ਗਏ। ਬਾਬਾ ਫਰੀਦ ਸਾਹਿਬ ਨੂੰ ਕਹਿਣ ਲੱਗਾ, ਬਾਬਾ ਜੀ ਮੈਂ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ। ਬਾਬਾ ਜੀ ਮੇਰੀ ਪਤਨੀ ਨੂੰ ਗਵਰਨਰ ਦੇ ਅਹਿਲਕਾਰ ਜ਼ਬਰਦਸਤੀ ਪਕੜ ਕੇ ਲੈ ਗਏ। ਬਾਬਾ ਜੀ, ਬਾਬਾ ਫਰੀਦ ਸਾਹਿਬ, ਜਿਸ ਦਿਨ ਤੋਂ ਮੈਂ ਆਪਣੀ ਪਤਨੀ ਤੋਂ ਜੁਦਾ ਹੋਇਆ ਉਸ ਦਿਨ ਦਾ ਕੁਝ ਨਹੀਂ ਖਾਧਾ ਪੀਤਾ। ਮੈਂ ਭੁੱਖਾ, ਮੈਂ ਆਪਣੀ ਪਤਨੀ ਬਗੈਰ ਨਹੀਂ ਰਹਿ ਸਕਦਾ। ਬਾਬਾ ਫਰੀਦ ਸਾਹਿਬ, ਮੇਰੇ ਤੇ ਰਹਿਮ ਕਰੋ। ਬਾਬਾ ਜੀ, ਮੇਰੇ ਤੇ ਰਹਿਮ ਕਰੋ। ਬਾਬਾ ਫਰੀਦ ਸਾਹਿਬ ਨੇ ਉਸ ਨੂੰ ਆਪਣੀ ਖਾਨਗਾਹ ਵਿੱਚ ਲੰਗਰ ਛਕਾਇਆ
ਤੇ ਉਸ ਨੂੰ ਕਿਹਾ ਕਿ ਤੂੰ 1-2 ਦਿਨ ਇੱਥੇ ਹੋਰ ਠਹਿਰ, ਅੱਲਾ ਤੇਰੀ ਮੁਰਾਦ ਪੂਰੀ ਕਰੇਗਾ। ਤੇਲੀ ਨੇ ਪ੍ਰਸ਼ਾਦਾ ਛਕਿਆ, ਥੋੜਾ ਚਿਰ ਆਰਾਮ ਕੀਤਾ ਤੇ ਬਾਬਾ ਜੀ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ। ਬਾਬਾ ਜੀ ਨੇ ਫਿਰ ਉਸ ਨੂੰ ਤਸੱਲੀ ਦਿੱਤੀ ਤੇ ਅਸ਼ੀਰਵਾਦ ਦਿੱਤਾ ਕਿ ਤੂੰ ਚਿੰਤਾ ਛੱਡ ਤੇ ਅੱਲਾ ਦੇ ਹਜ਼ੂਰ ਵਿੱਚ ਸਜਦਾ ਕਰ, ਮਾਲਕ ਸਭ ਠੀਕ ਕਰੇਗਾ। ਉਹ ਤੇਲੀ ਬਾਬਾ ਜੀ ਦੇ ਜ਼ਮਾਤਖਾਨੇ ਵਿੱਚ ਹੀ ਰਿਹਾ। ਅਗਲੇ ਦਿਨ ਕੀ ਕੌਤਕ ਵਰਤਿਆ ਕਿ ਉਹੀ ਅਹਿਲਕਾਰ ਇੱਕ ਅਫਸਰ ਨੂੰ ਪਕੜ ਕੇ ਬਾਬਾ ਫਰੀਦ ਸਾਹਿਬ ਕੋਲ ਲੈ ਕੇ ਆਏ, ਕਿਉਂਕਿ ਉਸ ਡਿਵੀਜ਼ਨਲ ਅਫਸਰ ਨੂੰ ਕਿਸੇ ਜ਼ੁਰਮ ਮੁਤਾਬਿਕ ਅਗਲੇ ਦਿਨ ਗਵਰਨਰ ਦੇ ਦਰਬਾਰ ਵਿੱਚ ਸਜ਼ਾ ਸੁਣਾਈ ਜਾਣੀ ਸੀ ਤੇ ਉਸ ਅਫਸਰ ਨੇ ਇੱਛਾ ਪ੍ਰਗਟਾਈ ਸੀ ਕਿ ਦਰਬਾਰ ਵਿੱਚ ਪੇਸ਼ ਹੋਣ ਤੋਂ ਪਹਿਲਾਂ ਉਹ ਬਾਬਾ ਫਰੀਦ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਜਦ ਅਹਿਲਕਾਰ ਉਸ ਅਫਸਰ ਨੂੰ ਬਾਬਾ ਫਰੀਦ ਜੀ ਦੇ ਦਰਸ਼ਨ ਕਰਵਾਉਣ ਵਾਸਤੇ ਲੈ ਕੇ ਆਏ ਤਾਂ ਉਸ ਨੇ ਬਾਬਾ ਫਰੀਦ ਸਾਹਿਬ ਦੇ ਸਨਮੁਖ ਹੋ ਕੇ ਅਰਜ਼ ਕੀਤੀ, ਹੇ ਬਾਬਾ ਫਰੀਦ, ਮੈਂ ਬੇਕਸੂਰ ਹਾਂ। ਅੱਜ ਮੈਨੂੰ ਗਵਰਨਰ ਦੀ ਕਚਹਿਰੀ ਵਿੱਚ ਸਜ਼ਾ ਹੋਣ ਵਾਲੀ ਹੈ। ਬਾਬਾ ਫਰੀਦ, ਮੇਰੇ ਤੇ ਰਹਿਮ ਕਰ, ਮੈਨੂੰ ਸਜ਼ਾ ਤੋਂ ਮੁਕਤੀ ਦਿਵਾ। ਬਾਬਾ ਫਰੀਦ, ਮੇਰੇ ਤੇ ਰਹਿਮ ਕਰੋ। ਬਾਬਾ ਫਰੀਦ, ਰਹਿਮ ਕਰੋ ਮੇਰੇ ਤੇ। ਬਾਬਾ ਫਰੀਦ ਸਾਹਿਬ ਨੇ ਫਰਮਾਇਆ ਕਿ ਖੁਦਾ ਦੀਆਂ ਰਹਿਮਤਾਂ ਤੇਰੇ ਨਾਲ ਨੇ, ਅੱਲਾ ਭਲੀ ਕਰੇਗਾ, ਪਰ ਜੇ ਤੈਨੂੰ ਇਨਾਮ ਵਿੱਚ ਕੋਈ ਬਾਂਦੀ ਦੇਣ ਤਾਂ ਤੂੰ ਉਹ ਬਾਂਦੀ ਇਸ ਵਿਚਾਰੇ ਤੇਲੀ ਨੂੰ ਦੇ ਦੇਣੀ। ਉਸ ਅਫਸਰ ਨੇ ਬਾਬਾ ਜੀ ਦੇ ਬਚਨ ਸੁਣ ਕੇ 7 ਬਚਨ ਕਿਹਾ, ਪਰ ਤੇਲੀ ਸੁਣਦੇ ਸਾਰ ਹੀ ਪਿੱਟ ਉੱਠਿਆ। ਨਹੀਂ ਨਹੀਂ ਬਾਬਾ ਜੀ, ਮੈਨੂੰ ਸਿਰਫ ਮੇਰੀ ਪਤਨੀ ਚਾਹੀਦੀ ਹੈ। ਮੈਂ ਬਾਂਦੀ ਨਹੀਂ ਲਿਜਾ ਸਕਦਾ। ਨਹੀਂ ਬਾਬਾ ਜੀ, ਮੈਨੂੰ ਮਾਫ ਕਰੋ ਬਾਬਾ ਜੀ, ਮੈਂ ਬਾਂਦੀ ਨਹੀਂ ਲਿਜਾ ਸਕਦਾ ਬਾਬਾ ਜੀ, ਮੈਂ ਬਾਂਦੀ ਨਹੀਂ ਲਿਜਾ ਸਕਦਾ ਬਾਬਾ ਜੀ। ਬਾਬਾ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਫਰਮਾਇਆ ਕਿ ਤੂੰ ਘਬਰਾ ਨਾ ਤੇ ਇਹਨਾਂ ਦੇ ਨਾਲ ਹੀ ਦਰਬਾਰ ਵਿੱਚ ਚਲਾ ਜਾ, ਅੱਲਾ ਤੇਰੀ ਆਸ ਮੁਰਾਦ ਪੂਰੀ ਕਰੇਗਾ। ਦੂਸਰੇ ਦਿਨ ਉਸ ਅਫਸਰ ਨੂੰ ਗਵਰਨਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਹਜੂਰ, ਮਾਫ ਕਰੋ ਹਜੂਰ, ਮੈਂ ਕੋਈ ਗੁਨਾਹ ਨਹੀਂ ਕੀਤਾ। ਤੁਸੀਂ ਇਸ ਰਿਆਸਤ ਦੇ ਮਾਲਕ ਹੋ। ਹਜੂਰ, ਮੈਨੂੰ ਮਾਫ ਕਰੋ। ਹਜੂਰ, ਮੈਨੂੰ ਮਾਫ ਕਰੋ। ਬਾਬਾ ਜੀ ਦੇ ਬਚਨ ਅਟਲ ਹੋ ਗਏ। ਰਹਿਮਤ ਅੱਲਾ ਦੀ, ਉਹ ਅਫਸਰ ਸਜ਼ਾ ਤੋਂ ਬਚ ਗਿਆ ਤੇ ਗਵਰਨਰ ਨੇ ਦਰਬਾਰ ਵਿੱਚ ਉਸ ਅਫਸਰ ਸਜ਼ਾ ਦੇਣ ਦੀ ਬਜਾਏ ਇਹ ਹੁਕਮ ਜਾਰੀ ਕੀਤਾ, ਇਹ ਆਦਮੀ ਬੇਕਸੂਰ ਸਾਬਤ ਹੋ ਚੁੱਕਾ ਹੈ। ਇਸ ਨੂੰ ਇਨਾਮ ਵਜੋਂ ਸੋਨੇ ਚਾਂਦੀ ਦੇ ਸਿੱਕੇ ਤੇ ਨਾਲ ਬਾਂਦੀ ਦੇ ਦਿੱਤੀ ਜਾਵੇ। ਵਾਹ ਹਜੂਰ, ਵਾਹ, ਆਪ ਬਹੁਤ ਮਹਾਨ ਹੈ, ਆਪ ਬਹੁਤ ਹੀ ਮਹਾਨ ਹੈ ਹਜੂਰ। ਬਾਬਾ ਜੀ ਦੇ ਬਚਨਾਂ ਮੁਤਾਬਿਕ ਤੇਲੀ ਬਾਹਰ ਖੜਾ ਉਡੀਕਦਾ ਇਹ ਸੋਚ ਰਿਹਾ ਸੀ ਕਿ ਉਸ ਅਫਸਰ ਨੂੰ ਸਜ਼ਾ ਮਿਲਣ ਦੀ ਬਜਾਏ ਇਨਾਮ ਵਜੋਂ ਬਾਂਦੀ ਦਿੱਤੀ ਜਾਵੇਗੀ ਜਾਂ ਫਿਰ ਇਹ ਅਫਸਰ ਇਨਾਮ ਵਜੋਂ ਮਿਲੀ ਬਾਂਦੀ ਮੈਨੂੰ ਦੇ ਦੇਵੇਗਾ। ਪਰ ਮੈਂ ਉਹ ਬਾਂਦੀ ਕਿਵੇਂ ਲੈ ਸਕਦਾ ਹਾਂ, ਕਿਉਂਕਿ ਮੈਂ ਤਾਂ ਆਪਣੀ ਪਤਨੀ ਦੀ ਭਾਲ ਵਿੱਚ ਆਇਆ ਹਾਂ। ਤੇ ਇਹ ਸੋਚ ਕੇ ਤੇਲੀ ਪਰੇਸ਼ਾਨ ਹੋ ਰਿਹਾ ਸੀ। ਬਾਬਾ ਜੀ ਦੇ ਵਚਨ ਅਨੁਸਾਰ ਇਹ ਬਾਂਦੀ ਤੁਸੀਂ ਲੈ ਜਾਓ। ਹੈ ਇਹ ਤਾਂ ਮੇਰੀ ਪਤਨੀ ਹੈ, ਜਿਸ ਨੂੰ ਕੁਝ ਦਿਨ ਪਹਿਲਾਂ ਅਹਿਲਕਾਰ ਪਕੜ ਕੇ ਲੈ ਗਏ ਸਨ। ਧੰਨ ਧੰਨ ਬਾਬਾ ਫਰੀਦ, ਤੇਰੀ ਕਿਰਪਾ। ਚਲੋ। ਇਹ ਕੌਤਕ ਦੇਖ ਕੇ ਤੇਲੀ, ਉਸ ਦੀ ਪਤਨੀ ਤੇ ਉਹ ਅਫਸਰ ਹੈਰਾਨ ਹੋ ਗਏ ਤੇ ਬੜੇ ਹੀ ਖੁਸ਼ ਹੋਏ। ਉਸੇ ਦਿਨ ਇਹ ਤਿੰਨੋਂ ਜਾਣੇ ਬਾਬਾ ਫਰੀਦ ਸਾਹਿਬ ਜੀ ਦੇ ਜ਼ਮਾਤਖਾਨੇ ਵਿੱਚ ਜਾ ਕੇ ਬਾਬਾ ਫਰੀਦ ਸਾਹਿਬ ਜੀ ਦਾ ਧੰਨਵਾਦ ਕਰਨ ਗਏ ਤੇ ਬਾਬਾ ਸਾਹਿਬ ਦੇ ਚਰਨੀ ਢਹਿ ਪਏ। ਬਾਬਾ ਫਰੀਦ ਸਾਹਿਬ, ਆਪ ਜੀ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਆਪ ਨੇ ਮੇਰੀ ਲਾਜ ਰੱਖ ਲਈ। ਧੰਨ ਹੈ ਬਾਬਾ ਫਰੀਦ ਸਾਹਿਬ, ਧੰਨ ਹੈ, ਧੰਨ ਹੈ ਬਾਬਾ ਫਰੀਦ ਸਾਹਿਬ, ਧੰਨ ਹੈ। ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਮੋਕਲਹਰ ਜਾਣੀ ਕਿ ਫਰੀਦਕੋਟ ਆ ਕੇ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਆਸਨ ਲਾਇਆ ਸੀ। ਬਾਬਾ ਜੀ ਆਪਣੇ ਮੁਰਸ਼ਦ ਹਜ਼ੂਰ ਬਖਤਿਆਰ ਕਾਕੀ ਦੀ ਬਖਸ਼ਿਸ਼ ਕੀਤੀ ਹੋਈ ਮੁਤਬਰਕ ਗੋਦੜੀ ਵੀ
ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਇਸ ਮੁਤਬਰਕ ਗੋਦੜੀ ਨੂੰ ਬਾਬਾ ਜੀ ਇੱਕ ਦਰਖਤ ਤੇ ਟੰਗ ਕੇ ਆਪ ਮੁਕਲਹਰ ਚਲੇ ਗਏ, ਜੋ ਇੱਥੋਂ ਤਕਰੀਬਨ 1 ਮੀਲ ਦੀ ਦੂਰੀ ਤੇ ਸੀ। ਜਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਤੀਸਰੀ ਉਦਾਸੀ ਸਮੇਂ 1518 ਈਸਵੀ ਵਿੱਚ ਸਿੱਧਾਂ ਤੇ ਜੋਗੀਆਂ ਨਾਲ ਗੋਸ਼ਟੀ ਕਰਕੇ ਭਾਈ ਮਰਦਾਨੇ ਸਮੇਤ ਮਾਝੇ ਵਿੱਚ ਦੀ ਹੁੰਦੇ ਹੋਏ ਕਸੂਰ ਦੇ ਰਸਤੇ ਪਾਕਪਟਨ ਪਹੁੰਚੇ ਤਾਂ ਉਹਨਾਂ ਬਾਬਾ ਫਰੀਦ ਜੀ ਦੀ ਗੱਦੀ ਦੇ 12ਵੇਂ ਫਰੀਦ ਸ਼ੇਖ ਇਬਰਾਹਿਮ ਤੋਂ ਬਾਬਾ ਫਰੀਦ ਸਕਰਗੰਜ ਜੀ ਦੀ ਬਾਣੀ ਹਾਸਲ ਕੀਤੀ। ਫਿਰ ਉਸ ਬਾਣੀ ਨੂੰ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ। ਬਾਬਾ ਫਰੀਦ ਸਾਹਿਬ ਜੀ ਦੇ 112 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। 2 ਸ਼ਬਦ ਰਾਗ ਆਸਾ ਵਿੱਚ ਤੇ 2 ਸ਼ਬਦ ਰਾਗ ਸੂਹੀ ਵਿੱਚ ਵੀ ਸੁਸ਼ੋਭਿਤ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਸਨ ਬਾਬਾ ਸ਼ੇਖ ਫਰੀਦ ਸ਼ਕਰਗੰਜ ਜੀ ਦੇ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ। ਤੇ ਹੁਣ ਤੁਹਾਨੂੰ ਬਾਬਾ ਫਰੀਦ ਸਾਹਿਬ ਜੀ ਦੇ ਫਰੀਦਕੋਟ ਨਾਲ ਸਬੰਧਾਂ ਬਾਰੇ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਤੁੱਛ ਬੁੱਧੀ ਮੁਤਾਬਕ। अब्दुल मियां की कर रहे हैं? रोटी खा रहा। ओए क्यों झूठ बोलदा है? और फिर पुछदा कादे वास्ते आ? तैनू दसदा नहीं मैं काम करी जाना। ओ फिर जे आदत जो पई हुई है। सुनिया बाबा फरीद जी दा नाम उत्तरी भारत विच बड़ा ही प्रसिद्ध हो चुका है। हाँ बई मैं भी सुनिया। बाबा जी जेड़ा बचन बोलदे अल्लाह दा बचन हो निबड़दा है। बस आखियां पूरियां हुंदियां उन्हां दियां। बाबा फरीद जी ने बड़ी ही कठिन तपस्या की है। हाँ बाबा जी ने सारी उम्र तपस्या जी करती। भुखे रह रह के खूहां च पुट्ठे लटक के ते रोजे रख रख के पिंजर बन के भी तपस्या करते रहे। वाह बाबा फरीद जी वाह, तन तू है ते तन तेरी भक्ति है। फरीदा जिन्नी कमी नाहे गुण ते कमड़े विसार मत शर्मिंदा थी वही साईं दे दरबार। अरे किद्दा जवाका च जवाक बनया, शर्म ते नेड़ दी नहीं टुक्की। पर तुसी है कौन? ਇਹ ਤੁਹਾਡੀ ਮਾਸੀ ਤੇ ਮੈਂ ਤੁਹਾਡਾ ਮਾਸੜ। ਵੇ ਜੈ ਖਾਣੀ ਦਿਓ, ਤੁਸੀਂ ਕਿਉਂ ਭੜ ਮਰਦੇ ਹੋ? ਐਸੇ ਵੇ ਖੁਦ ਪਿੱਛੇ ਲੜਦੇ, ਤੁਸੀਂ ਕਾਹਦੇ ਪਿੱਛੇ ਲੜਦੇ ਹੋ? ਲੈ ਪੰਗਾ ਦੱਸ ਕਾਹਦੇ ਪਿੱਛੇ ਲੜਦੇ ਆ? ਨਾਲੇ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਵੀ ਬਹੁਤਾ ਬੋਲੀਦਾ ਨਹੀਂ ਹੁੰਦਾ। ਤੇਰੀ ਜ਼ੁਬਾਨ ਨਾ ਮਸ ਕੈਂਚੀ ਵਾਂਗੂ ਕਤਰ ਕਰਦੀ ਐ। ਵੇ ਜਾ ਇਹ ਵੀ ਕਿਸੇ ਮਰਾਸੀ ਦਾ ਜਵਾਕ ਲੱਗਦਾ। ਆ ਤਾਂ ਕਿਸੇ ਸਾਧੂ ਦੀਆਂ ਪੈੜਾਂ ਲੱਗਦੀਆਂ ਨੇ। ਇਸ ਕੇ ਗਏ ਨੇ ਜਿਹੜੇ ਆ ਬੱਚੇ ਖੁੱਦੋ ਖੁੰਡੀ ਨਾਲ ਖੇਡਦੇ ਸਨ, ਲੱਗਦਾ ਉਹ ਬਾਬੇ ਦੀ ਗੋਦੜੀ ਸੀ। ਚੱਲ ਵੇ ਚੱਲ, ਬਾਬੇ ਨੇ ਤਾਂ ਗੋਦੜੀ ਨਾ ਜੋਕਰੀ ਛੱਡਣੀ ਸੀ। ਚੰਗਾ ਮੈਂ ਜਾਣੀ ਵਾ। ਪਹਿਲਾਂ ਤਾਂ ਤੂੰ ਮੈਨੂੰ ਸਤਲੁਜੋਂ ਪਾਰ ਪੱਟ ਕੇ ਇੱਥੇ ਲਿਆਈ ਤੇ ਹੁਣ ਤੈਨੂੰ ਆ ਮੋਕਲਾਰ ਵੀ ਮਾੜਾ ਲੱਗਣ ਲੱਗ ਗਿਆ। ਤੇ ਭਲਿਆ ਮਾਨਸਾ, ਇੱਥੋਂ ਕੀ ਕਮਾ ਲਾਂਗੇ? ਇਸ ਨਗਰ ਨੂੰ ਤਾਂ ਪਹਿਲਾਂ ਹੀ ਲੁਟੇਰੇ ਲੁੱਟਣ ਆ ਜਾਂਦੇ ਆ। ਨਾਲੇ ਇਸ ਨਗਰ ਨੇ ਤਾਂ ਉਜੜਦੇ ਹੀ ਰਹਿਣਾ। ਓਏ ਇਸ ਨਗਰ ਨੇ ਤਾਂ ਉਜੜਦਾ ਹੀ ਰਹਿਣਾ, ਪਰ ਮੈਨੂੰ ਕਿਉਂ ਜਾੜਦੀ ਐ? ਮੈਨੂੰ ਪੱਕਾ ਯਕੀਨ ਹੈ ਵੀ ਬਾਬਾ ਫਰੀਦ ਜੀ ਇੱਥੇ ਜ਼ਰੂਰ ਆਏ ਨੇ। ਸ਼ਾਇਦ ਕੋਈ ਬਚਨ ਕਰ ਜਾਣ, ਤੇਰੀ ਵੀ ਗੋਦ ਹਰੀ ਹੋ ਜਾਵੇ। ਚੰਗਾ ਫਿਰ ਰੁਕ ਜੰਨੇ, ਪਰ ਕਿਸੇ ਸਿਆਣੇ ਪੁਰਸ਼ ਨੂੰ ਵੀ ਪੁੱਛ ਲੈ ਵੀ ਬਾਬਾ ਜੀ ਇੱਥੇ ਆਏ ਵੀ ਕਿ ਨਹੀਂ।
ਨਾ ਤੂੰ ਮੈਨੂੰ ਕਮਲਾ ਸਮਝਦੀ ਆ? ਨਾਲੇ ਮੇਰੇ ਨਾਲੋਂ ਇੱਥੇ ਸਿਆਣਾ ਕੌਣ ਆ? ਆ ਸੁਣੀ ਭਲਾ ਕੀ ਕਹਿੰਦੇ ਆ? सुनो सुनो सुनो, मैं टंडोरे वाला, मुंह दा मिठा दिल दा काला। सुनो मैं जग जगावन आया। सुनो सुनो सुनो, राजे मोकल सीधा फरमान है। मोकल हर शहर विच गड़ी तैयार की जा रही है, जिसदा हर बसर उस विच हिस्सा पावेगा। हुक्म अदुली करने वाले नू सख्त तो सख्त सजा दी जाएगी। सुनो 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 सुनो, मैं टंडोरे वाला, मुंह दा मिठा दिल दा काला। मैं तो थकी पई हां, मैथों नहीं होर तुरया जांदा। मैं तो बैनी तो तू खाने दाने दा प्रबंध कर। ਇੱਥੇ ਹੀ ਰਹਿ, ਮੈਂ ਗਿਆ ਤੇ ਆਇਆ। ਓਏ ਤੈਨੂੰ ਨਹੀਂ ਸੁਣਿਆ? ਤੂੰ ਇੱਥੇ ਨਵਾਬਣ ਬਣੀ ਬੈਠੀ ਏ। ਵੇ ਜਾ मैनू कुछ नहीं सुनिया। सारे शहर में ढंडोरा पटवाता कि राजा मोकल सी अपने शहर की हिफाजत लई किले दी उसारी कर रहे ने, ते तू कहंदी मैनू सुनिया ही नहीं। ते नाले तैनू पता हुक्म अदूली करने वाले नू फांसी ते लटकाया जाएगा। वे चाहे तू मैनू फांसी ते लटका ते चाहे कुछ कर, मैं तेरे राजे दा हुक्म मनने लई तैयार नहीं हां। ना मैं जावां ते ना मेरा खसम। ओए तू की, तेरे तां वड्डे भी जाणगे। मेरा नाम रसालदार खुशवक्त खान है, रसालदार खुशवक्त खान। वे क्यों झूठ बोलदा है? तेरा ना तो कमबख्त खान होना चाहिए सी। ओए चाहिदा तां बहुत कुछ सी, फिलहाल तू चल रोड़ी कुट काम करो। गल सुनो विंगरिया, तेनू नहीं पता राजा मोकल सी अपने किले की उसारी कर रहे ने? पता तो है खान मियां। ते फिर इत्थे घूमदा फिरदा जिवें लाहौर दे अनालकरी बाजार च फिरदा होवें। खान मियां तानू पता ही तो है कि तुरा तो मेरे तो पहले ही नहीं जांदा, ते तुसी मैनू काम करन लई कह रहे हो। हुण ओए वो जदों तेरे सिर ते रखिया ना गारे वाला बट्ठल, तू तां घोड़ी वांगू जाएगा। जल्दी कर, जल्दी जल्दी। क्यों हन सौखी है? क्यों तू भी कर ले कमाई, होई ना धक्केशाही। सब तो जबरदस्ती काम करवाउंदे है। ओ घबरांदी क्यों है? आ सब दे नाल ही है। जेरा रख, बाबा फरीद जरूर मिलणगे। चल कोई नहीं, बाबा फरीद नहीं तो कमबख्त खान ते मिल गया। की कहा? नहीं महाराज, ਅਸੀਂ ਭਲਾ ਤੈਨੂੰ ਕੀ ਕਹਿ ਸਕਦੇ ਆ? रोड़ी कुटा, हट हट रोड़ी कुटो। चलो विंगा जल्दी कर। चल जल्दी चल, बैठिए तू लोग। हाय होए, ओ किन्नी निर्दयी हुकूमत है। ਉਹ ਨਾ ਲੂਲਾ ਛੱਡਿਆ ਤੇ ਨਾ ਲੰਗੜਾ, ਨਾ ਬੱਚਾ ਛੱਡਿਆ ਤੇ ਨਾ ਬੁੱਢਾ। इस हुकूमत दा पट्ठा ही बह जाना। नहीं नहीं, रसालदार जी पट्ठा बह जाना। जल्दी करो। किला बनाना तो ठीक है, पर वगार माड़ी है। जल्दी करो जल्दी।
खान मियां बहुत गजब हो गया खान मियां। ओए की गजब हो गया? की जमीन फट गई? की तूफान आ गया? क्यों रौला पाया है? खान मियां ओ जेड़ा फकीर आ फड़ के गारे ते लाया। ओए की हो गया उस फकीर नू? खान मियां ओदे सिर ते जेड़ा गारे वाला तसला ओ 1.25 हाथ ऊपर जा रहा है खान मियां। ओए मैं नहीं मानदा इस गल नू। खान साहब तुसी खुद आपदियां अखां नाल चल के देख लो। ओए जे गलत साबित होया था मैं तेनू बख्शांगा नहीं। चल चल के दिखा। फरीदा काले मेंढे कपड़े काला मेंढा वेस गुनाही परया मैं फेरा लोग कहे दरवेश। हजूर रसालदार खुशबख्त खान दरबार विच हाजिर होने की इजाजत मांग रहे ने। इजाजत है। की गल है? साडी हुकूमत दा सब तो वफादार हाकम रसालदार खुशबख्त खान किस गल्लों परेशान है? हजूर मेरिया अखां ने एक अजीब कौतक देखा ते मैथों बहुत बड़ा गुनाह हो गया। हजूर रसालदार सारी गल खोल के सुना। की तेरिया अखां ने कौतक वेख्या ते की गुनाह होया तेरे कोलों? नवाब साहब किले की उसारी लई जबरी बगार करने वाले विच हुकूमत के सिपाही एक फकीर नूं फड़ लए हजूर ते वो फकीर आम लोगों की तरह गारा ढोण लग पिया। हजूर फिर इस विच घबराउण वाली किहड़ी गल है रसालदार? नवाब साहब जदों उस फकीर के सिर ते गाले वाला तसला रखिया तो उस तसला 1.25 हाथ उच्चा हवा विच उहदे नाल नाल तुरन लग्या। हजूर मैं इस गल नूं नहीं मानदा। नवाब साहब मैं अज तक कदे झूठ नहीं बोलिया। इस्लाम में झूठ बोलना पाप है। जान दी ईमान पावा तो अर्ज करा हजूर। कहो रसालदार बेझिझक हो के कहो। इस तो पहला कि वह फकीर कोई बादुआ देवे तो इस नगर ते कोई कहर टुटे मेरी गुजारिश है हजूर कि आप खुद चल के उस फकीर नूं इत्थे अदब सहित लेके आओ तो उस तो माफ़ी मंगो। ये काम तां रसालदार तू भी कर सकदा सी। हजूर मैं गुजारिश कीती सी पर वो फकीर नहीं मन्निया। वो कहते जबरी बगार बंद की जाए तो लोगों को राहत दी जाए तो उन्हों का बनता मेहनत ना दिता जाए। ठीक है साडी सवारी का इंतजाम किया जाए। फरीदा बुरेदा भला कर गुस्सा मन ना हंडाए देही रोग ना लगई पल्ले सब के छुपाए फरीदा खाकु ना निंदी है खाकु जेडना कोई जीवन दिया पैरां तले मोया ऊपर होए नी मोकल हार दे लोकां च एक गल दी बड़ी चर्चा छिड़ी हुई है कि हुकूमत दे सिपाहियां ने एक फकीर नू फड़ के जबरी वंगार ते ला लिया। नी फेर की होया? नी होना की सी जद उस फकीर दे सिर ते गारे वाला तसला रखिया तो ओ तसला उसदे सिर ते लगदा ही नहीं सी। नी ਇਹ ਵੀ ਸੁਣਿਆ ਏ ਰਾਜੇ ਨੂੰ ਨੰਗੇ ਪੈਰੀ ਚੱਲ ਕੇ ਉਸ ਫਕੀਰ ਦੇ ਪੈਰੀ ਸਜਦਾ ਕਰਕੇ ਆਪਣੀ ਭੁੱਲ ਬਖਸ਼ਾਉਣੀ ਪਈ। ਸੁਣਿਆ ਤਾਂ ਮੈਂ ਵੀ ਐਵੇਂ ਹੀ ਹੈ
यो गारे वाला तसला हवा विच सवा हाथों दे नाल तुरदा रहा। नी चंगा कीता उस फकीर ने पता नहीं की बददुआ देनी सी। नी हाँ नी इस विच ही सारी प्रजा दे भला हो गया। नी छेती करो आप तो होर ही गल्लां च पै गईयां उत्तों तरकालां होण ते आईयां ने। चलो नी चलो। है पीर दस्तगीर बाबा फरीद शकरगंज, मैं पूरी रियासत ਵੱਲੋਂ प्रजा ਵੱਲੋਂ ਅਤੇ ਆਪਣੀ ਹਕੂਮਤ ਵੱਲੋਂ ਨਾ ਸਮਝੀ ਵਿੱਚ ਹੋਈ ਗਲਤੀ ਦੀ ਮਾਫੀ ਮੰਗਦਾ ਹਾਂ ਕਿ ਇਹ ਨਗਰ ਹਜ਼ੂਰ ਦੇ ਨਾਮ ਨਾਲ ਮਨਸੂਬ ਕਰਦਾ ਹਾਂ। ਅਸੀਂ ਸਾਰੇ ਸ਼ਹਿਰ ਨਿਵਾਸੀ ਬੜੇ ਵਡਭਾਗੀ ਹਾਂ ਜਿੱਥੇ ਬਾਬਾ ਫਰੀਦ ਸਾਹਿਬ ਜੀ ਨੇ ਚਰਨ ਪਾਏ ਨੇ ਅਤੇ ਨਾਲ ਹੀ ਸਾਈਂ ਲੋਕ ਦਰਵੇਸ਼ ਸ਼ੇਖ ਫਰੀਦ ਜੀ ਨੂੰ ਬੇਨਤੀ ਕਰਦਾ ਹਾਂ ਅਜੇ ਕੁਝ ਦਿਨ ਹੋਰ ਇੱਥੇ ਵਿਸ਼ਰਾਮ ਕਰਨ ਅਤੇ ਮੈਂ ਦਾਅਵਾ ਕਰਦਾ ਹਾਂ ਅੱਜ ਤੋਂ ਬਾਅਦ ਮੁਗਲ ਹਰ ਫਰੀਦਕੋਟ ਕਹਿਲਾਇਆ ਕਰੇਗਾ। फरीदा खाकुना निंदी है खाकु जेडना कोई जीवंदियां पैरां तले मोया उपर हो